ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਧੰਨਾ ਜੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਕੋਈ 53 ਸਾਲ ਪਹਿਲਾਂ ਬੰਬਈ ਦੇ ਕੋਲ ਧੁਆਨ ਪਿੰਡ ਵਿੱਚ ਧੰਨੇ ਭਗਤ ਦਾ ਜਨਮ ਇੱਕ ਜੱਟ ਘਰਾਣੇ ਵਿੱਚ ਹੋਇਆ ਸੀ। ਆਪ ਦਾ ਮਾਈ ਬਾਪ ਜ਼ਮੀਨ ਵਾਹ ਕੇ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦਾ ਸੀ। ਉਹ ਬਹੁਤ ਗਰੀਬ ਸਨ। ਜਦੋਂ ਧੰਨਾ ਰਤਾ ਕੋ ਹੁਸ਼ਿਆਰ ਹੋਇਆ ਤਾਂ ਉਹਨਾਂ ਨੇ ਇਸ ਨੂੰ ਡੰਗਰ ਚਾਰਨ 'ਤੇ ਲਾ ਦਿੱਤਾ। ਉਹ ਹਰ ਰੋਜ਼ ਡੰਗਰ ਚਾਰਨ ਜਾਇਆ ਕਰਦਾ ਸੀ। ਮਿਹਨਤ ਕਰਨਾ ਗਰੀਬ ਵਾਸਤੇ ਸਭ ਕੁਝ ਸੀ। ਪਿੰਡ ਦੇ ਬਾਹਰ ਇੱਕ ਕੱਚੇ ਤਲਾਅ ਦੇ ਕੰਢੇ ਇੱਕ ਠਾਕੁਰ ਦੁਆਰਾ ਸੀ। ਉਸ ਵਿੱਚ ਬਹੁਤ ਸਾਰੀਆਂ ਠਾਕਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਉਹਨਾਂ ਮੂਰਤੀਆਂ ਦੀ ਪੂਜਾ ਹੁੰਦੀ ਸੀ। ਲੋਕ ਸਵੇਰੇ ਜਾ ਕੇ ਮੱਥਾ ਟੇਕਦੇ ਤੇ ਚੜਾਵਾ ਚੜਾ ਆਉਂਦੇ ਸਨ। ਅਸਲ ਵਿੱਚ ਪਿੰਡ ਦੇ ਬ੍ਰਾਹਮਣ ਵਾਸਤੇ ਉਸ ਦੀ ਰੋਟੀ ਦਾ ਪ੍ਰਬੰਧ ਸੀ। ਉਹ ਰੋਟੀ ਖਾਈ ਜਾਂਦਾ ਸੀ। ਉਸ ਪੰਡਿਤ ਨੂੰ ਠਾਕੁਰਾਂ ਦੀ ਪੂਜਾ ਕਰਦਿਆਂ, ਇਸ਼ਨਾਨ ਕਰਾਉਂਦਿਆਂ ਤੇ ਟੱਲ ਖੜਕਾਉਂਦਿਆਂ ਹੋਇਆਂ ਰੋਜ਼ ਧੰਨਾ ਭਗਤ ਦੇਖਦਾ। ਉਹ ਬਾਲਕ ਮਨ ਹੀ ਮਨ ਸੋਚਦਾ ਕਿ ਇਹ ਕੀ ਕੌਤਕ ਹੈ। ਉਸ ਦੀ ਬੁੱਧੀ ਘੱਟ ਹੋਣ ਕਰਕੇ ਉਸ ਨੂੰ ਗਿਆਨ ਬਹੁਤਾ ਨਹੀਂ ਸੀ। ਇੱਕ ਦਿਨ ਉਸ ਦੇ ਮਨ ਆਈ, ਦੇਖਾਂ ਕੀ ਹੈ। ਉਹ ਖਲੋਤਾ ਦੇਖਦਾ ਰਿਹਾ। ਇਸ ਤਰ੍ਹਾਂ ਉਸ ਨੂੰ ਦੇਖਦਿਆਂ ਹੋਇਆਂ ਕਈ ਦਿਨ ਲੰਘ ਗਏ। ਇੱਕ ਦਿਨ ਉਸਨੇ ਪੰਡਿਤ ਨੂੰ ਪੁੱਛ ਹੀ ਲਿਆ ਕਿ ਕੀ ਮਾਮਲਾ ਹੈ। ਤਾਂ ਜੋ ਪੰਡਿਤ ਨੇ ਦੱਸਿਆ, ਜਿਵੇਂ ਅੱਗੇ ਹੋਈ ਉਸਨੂੰ ਭਾਈ ਗੁਰਦਾਸ ਜੀ ਨੇ ਐਵੇਂ ਦੱਸਿਆ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈ। ਧੰਨਾ ਡਿੱਠਾ ਚਲਿਤ ਇਹ, ਪੁੱਛੈ ਬਾਹਮਣ ਆਖ ਸੁਣਾਵੈ। ਠਾਕੁਰ ਦੀ ਸੇਵਾ ਕਰੈ, ਜੋ ਇੱਛੇ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭੀ ਦੇਹ ਇੱਕ ਜੋ ਤੁਧ ਭਾਵੈ। ਪੱਥਰ ਇੱਕ ਲਪੇਟ ਕਰ, ਦੇ ਧੰਨੈ ਨੋ ਗੈਲ ਛੁਡਾਵੈ। ਠਾਕੁਰ ਨੋ ਨਾ ਵਾਲਕੈ, ਛਾਹੇ ਰੋਟੀ ਲੈ ਭੋਗ ਚੜਾਵੈ। ਹੱਥ ਜੋੜ ਮਿੰਨਤ ਕਰੈ, ਪੈਰੀਂ ਪੈ ਪੈ ਬਹੁਤ ਮਨਾਵੈ। ਹਉ ਪੀ ਮੂੰਹ ਨ ਜਠਾਲਸਾਂ, ਤੂੰ ਰੁੱਠਾ ਮੈਂ ਕਿਹੋ ਨ ਸੁਖਾਵੈ। ਗੋਸਾਈਂ ਪ੍ਰਤੱਖ ਹੋਏ, ਰੋਟੀ ਖਾਹੇ ਛਾਹੇ ਮੋਹਿ ਲਾਵੈ। ਭੋਲਾ ਭਾਉ ਗੋਬਿੰਦ ਮਿਲਾਵੈ। ਭਾਵ ਕਿ ਬ੍ਰਾਹਮਣ ਠਾਕੁਰਾਂ ਦੀ ਪੂਜਾ ਕਰਦਾ ਸੀ ਤੇ ਉੱਥੇ ਧੰਨਾ ਗਊਆਂ ਚਾਰਿਆ ਕਰਦਾ ਸੀ। ਧੰਨੇ ਨੇ ਬ੍ਰਾਹਮਣ ਦੀ ਇਹ ਖੇਡ ਦੇਖੀ ਤੇ ਬ੍ਰਾਹਮਣ ਨੂੰ ਪੁੱਛਿਆ, ਪੰਡਿਤ ਜੀ, ਇਹ ਕੀ ਮਾਮਲਾ ਹੈ? ਤੁਸੀਂ ਇਹਨਾਂ ਮੂਰਤੀਆਂ ਅੱਗੇ ਬੈਠ ਕੇ ਕੀ ਕਰਦੇ ਰਹਿੰਦੇ ਹੋ? ਬ੍ਰਾਹਮਣ ਨੇ ਉੱਤਰ ਦਿੱਤਾ, ਭਾਈ, ਠਾਕੁਰਾਂ ਦੀ ਸੇਵਾ ਹੈ। ਜੋ ਸੇਵਾ ਕਰੇ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਧੰਨੇ ਨੇ ਆਖਿਆ, ਇੱਕ ਠਾਕੁਰ ਮੈਨੂੰ ਵੀ ਦੇ। ਧੰਨੇ ਨੂੰ ਗਲੋਂ ਲਾਉਣ ਬਦਲੇ ਟਾਕੀ ਵਿੱਚ ਵਲੇਟ ਕੇ ਇੱਕ ਪੱਥਰ ਦੇ ਦਿੱਤਾ। ਘਰ ਜਾ ਕੇ ਧੰਨੇ ਨੇ ਉਸ ਪੱਥਰ ਨੂੰ ਹੀ ਠਾਕੁਰ ਸਮਝ ਲਿਆ। ਉਸਨੇ ਉਸ ਨੂੰ ਠਾਕੁਰ ਸਮਝ ਕੇ ਉਸ ਨੂੰ ਇਸ਼ਨਾਨ ਕਰਾਇਆ ਤੇ ਲੱਸੀ ਰੋਟੀ ਅੱਗੇ ਰੱਖ ਕੇ ਭੋਗ ਲਾਉਣ ਵਾਸਤੇ ਆਖਣ ਲੱਗਾ। ਠਾਕੁਰ ਰੋਟੀ ਨਾ ਖਾਵੇ ਤਾਂ ਧੰਨਾ ਹੱਥ ਜੋੜ ਕੇ ਉਸ ਨੂੰ ਮਨਾਵੇ, ਨਾਲੇ ਮਿੰਨਤਾਂ ਕਰੇ। ਧੰਨੇ ਨੇ ਵੀ ਸਹੁੰ ਖਾ ਲਈ ਕਿ ਠਾਕੁਰ ਜੀ, ਜੇ ਤੁਸੀਂ ਨਹੀਂ ਖਾਵੋਗੇ ਤਾਂ ਮੈਂ ਵੀ ਸੁੱਚੇ ਮੂੰਹ ਹੀ ਰਹਾਂਗਾ। ਉਸ ਦਾ ਇਹ ਪ੍ਰਣ ਦੇਖ ਕੇ ਪ੍ਰਭੂ ਪ੍ਰਗਟ ਹੋਏ ਤਾਂ ਉਸ ਦੀ ਲੱਸੀ ਪੀਤੀ, ਰੋਟੀ ਖਾਧੀ, ਨਾਲੇ ਦਰਸ਼ਨ ਦਿੱਤੇ। ਭੋਲੇਪਨ ਵਿੱਚ ਪੂਜਾ ਕਰਨ ਤੇ ਧੰਨੇ ਦਾ ਮਨ ਸਾਫ਼ ਸੀ। ਉਸਨੇ ਸ਼ਰਧਾ ਨਾਲ ਪੱਥਰ ਤੋਂ ਪਾ ਲਿਆ। ਧੰਨੇ ਭਗਤ ਦੀ ਪੂਰੀ ਸਾਖੀ ਇਸ ਤਰ੍ਹਾਂ ਹੈ। ਜਦੋਂ ਧੰਨੇ ਨੂੰ ਲਗਨ ਲੱਗੀ, ਉਸ ਵੇਲੇ ਉਸਦੇ ਮਾਂ-ਬਾਪ ਬਿਰਧ ਹੋ ਚੁੱਕੇ ਸਨ ਤੇ ਉਹ ਇਕੱਲਾ ਗੱਭਰੂ ਸੀ। ਉਸਨੇ ਖਿਆਲ ਕੀਤਾ ਕਿ ਜੇ ਠਾਕੁਰ ਦੀ ਪੂਜਾ ਕਰਨ ਨਾਲ ਸੱਚ ਹੀ ਠਾਕੁਰ ਪ੍ਰਸੰਨ ਹੋ ਜਾਣ ਤਾਂ ਘਰ ਦੀਆਂ ਲੋੜਾਂ ਤਾਂ ਸਾਰੀਆਂ ਪੂਰੀਆਂ ਕਰ ਲਵਾਂ। ਗਰੀਬੀ ਚਲੀ ਜਾਵੇ, ਸੁੱਖ ਦਾ ਸਾਹ ਆਵੇ ਤੇ ਲੋੜੀਂਦੀਆਂ ਚੀਜ਼ਾਂ ਵੀ ਮਿਲ ਜਾਣ। ਐਸਾ ਕਰਨ ਤੇ ਉਹ ਪ੍ਰਸੰਨ ਹੋ ਜਾਵੇਗਾ। ਜੀਵਨ ਦੇ 4 ਦਿਨ ਸੁੱਖ ਨਾਲ ਕੱਟ ਲਵੇਗਾ। ਮਾਂ-ਬਾਪ ਨੇ ਗਰੀਬੀ ਕੱਟੀ, ਹੁਣ ਉਹ ਵੀ ਗਰੀਬ ਰਹੇ। ਐਸਾ ਕਰਨਾ ਤਾਂ ਠੀਕ ਨਹੀਂ। ਮਨ ਵਿੱਚ ਐਸੇ ਵਿਚਾਰ ਕਰਕੇ ਉਸਨੇ ਝਿਜਕ ਕੇ ਆਖਰ ਇਹ ਫੈਸਲਾ ਕਰ ਹੀ ਲਿਆ ਕਿ ਜ਼ਰੂਰ ਪੰਡਿਤ ਨੂੰ ਮਿਲ ਕੇ ਬੇਨਤੀ ਕਰੇਗਾ। ਲੋਕ ਵੀ ਆਖਦੇ ਹਨ, ਪ੍ਰਭੂ ਦਿੰਦਾ ਹੈ, ਜੇ ਠੀਕ ਹੈ ਤਾਂ ਦੇਵੇ। ਐਸਾ ਕਰਨਾ ਹੋਵੇਗਾ। ਆਖਰ ਇੱਕ ਦਿਨ ਸਵੇਰੇ ਹੀ ਘਰੋਂ ਉੱਠ ਕੇ ਧੰਨਾ ਠਾਕੁਰ ਦੁਆਰੇ ਚਲਿਆ ਗਿਆ। ਅੱਗੇ ਪੰਡਿਤ ਪੂਜਾ ਕਰ ਰਿਹਾ ਸੀ। ਜਦੋਂ ਪੂਜਾ ਕਰਕੇ ਹਟਿਆ ਤਾਂ ਧੰਨੇ ਨੇ ਹੱਥ ਜੋੜ ਕੇ ਆਖਿਆ, ਪੰਡਿਤ ਜੀ, ਭਲਾ ਇਹ ਤਾਂ ਦੱਸੋ ਕਿ ਜਿਨ੍ਹਾਂ ਦੀ ਪੂਜਾ ਕਰਦੇ ਹੋ ਇਹ ਕੀ ਦਿੰਦੇ ਹਨ? ਇਹਨਾਂ ਕੋਲ ਕਿਹੜੀ ਸ਼ਕਤੀ ਹੈ? ਧੰਨਿਆ, ਇਹਨਾਂ ਦੀ ਪੂਜਾ ਕੀਤਿਆਂ ਸਭ ਕੁਝ ਮਿਲਦਾ ਹੈ। ਇਹ ਦੇਵਤੇ ਹਨ, ਭਗਵਾਨ ਹਨ। ਜੋ ਮੰਗੀਏ ਸੋਈ ਦਿੰਦੇ ਹਨ। ਜਦੋਂ ਇਹ ਪ੍ਰਸੰਨ ਹੋ ਜਾਣ ਤਾਂ ਪੌਂ 12। ਕਿਰਪਾ ਕਰੋ ਤਾਂ ਇੱਕ ਠਾਕੁਰ ਮੈਨੂੰ ਵੀ ਦੇ ਦਿਓ, ਮੈਂ ਵੀ ਪੂਜਾ ਕਰਿਆ ਕਰਾਂ। ਜਦੋਂ ਠਾਕੁਰ ਪ੍ਰਸੰਨ ਹੋਣ ਤਾਂ ਕੁਝ ਮੰਗ ਲਵਾਂਗਾ। ਮੈਂ ਬੜਾ ਗਰੀਬ ਹਾਂ। ਤੇਰੇ ਕੋਲੋਂ ਠਾਕੁਰਾਂ ਪ੍ਰਸੰਨ ਨਹੀਂ ਹੋਣਾ। ਕਿਉਂ ਪੰਡਿਤ ਜੀ? ਧੰਨੇ ਪੁੱਛਿਆ ਤੇ ਉਹ ਹੈਰਾਨ ਹੋਇਆ। ਤੈਨੂੰ ਆਖ ਜੋ ਦਿੱਤਾ। ਇੱਕ ਤਾਂ ਤੂੰ ਜੱਟ ਹੈ। ਜੱਟ ਨੂੰ ਅਕਲ ਨਹੀਂ ਹੁੰਦੀ ਪੂਜਾ ਕਰਨ ਦੀ। ਨਾ ਜੱਟ ਨੂੰ ਠਾਕੁਰ ਰੱਖਣ ਦਾ ਹੱਕ ਹੈ। ਦੂਸਰਾ, ਤੂੰ ਅਨਪੜ੍ਹ ਹੈ। ਵਿਦਿਆਹੀਨ ਪੁਰਸ਼ ਪਸ਼ੂ ਦਾ ਜਨਮ ਹੁੰਦਾ ਹੈ। ਤੀਸਰਾ, ਮੰਦਰ ਤੋਂ ਬਿਨਾਂ ਠਾਕੁਰ ਨਾ ਕਿਤੇ ਰਹਿੰਦੇ ਨੇ, ਨਾ ਪ੍ਰਸੰਨ ਹੁੰਦੇ ਨੇ। ਇਸ ਵਾਸਤੇ ਤੂੰ ਜ਼ਿੱਦ ਨਾ ਕਰ, ਆਪਣੇ ਖੇਤਾਂ ਦੀ ਦੇਖਭਾਲ ਕਰ। ਬ੍ਰਾਹਮਣ ਦਾ ਧਰਮ ਹੈ ਪੂਜਾ ਪਾਠ ਕਰਨਾ। ਜੱਟ ਦਾ ਕੰਮ ਹੈ ਅੰਨ ਪੈਦਾ ਕਰਨਾ। ਭਾਈ, ਤੁਸੀਂ ਲੋਕ ਹਲ ਵਾਉਂਦੇ ਤੇ ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਜੇ। ਐਵੇਂ ਪੂਜਾ ਵਾਲੇ ਪਾਸੇ ਦਾ ਖਿਆਲ ਨਾ ਕਰ, ਪਛਤਾਏਂਗਾ। ਬ੍ਰਾਹਮਣ ਨੇ ਇੱਧਰ ਉੱਧਰ ਦੀਆਂ ਮਾਰ ਕੇ ਬਹੁਤ ਸਮਝਾਉਣ ਦਾ ਯਤਨ ਕੀਤਾ, ਪਰ ਧੰਨਾ ਨਾ ਮੰਨਿਆ। ਉਹ ਜ਼ਿੱਦ ਉੱਤੇ ਅੜਿਆ ਰਿਹਾ। ਪੰਡਿਤ ਮਾੜੂਆ ਜਿਹਾ ਸੀ। ਧੰਨਾ ਚੜ੍ਹਦੀ ਜਵਾਨੀ ਦਾ ਗੱਭਰੂ।
ਬ੍ਰਾਹਮਣ ਨੂੰ ਫਿਕਰ ਪੈ ਗਿਆ ਕਿ ਕਿਤੇ ਮੋਹਰਾ ਨਾ ਸੇਕ ਦੇਵੇ। ਇਸ ਵਾਸਤੇ ਉਸਨੇ ਡਰਦੇ ਮਾਰੇ ਆਖਿਆ, ਅੱਛਾ ਧੰਨਿਆ, ਜ਼ਿੱਦ ਕਰਦਾ ਤਾਂ ਤੈਨੂੰ ਇੱਕ ਠਾਕੁਰ ਦੇ ਹੀ ਦਿੰਦਾ ਹਾਂ। ਇਹ ਆਖ ਕੇ ਬ੍ਰਾਹਮਣ ਨੇ ਧੰਨੇ ਨੂੰ ਟਾਲਣ ਵਾਸਤੇ ਠਾਕੁਰ ਪੱਥਰ ਸਾਲਗ੍ਰਾਮ ਜੋ ਮੰਦਰ ਵਿੱਚ ਵਾਧੂ ਪਿਆ ਸੀ ਚੁੱਕ ਕੇ ਧੰਨੇ ਦੇ ਹਵਾਲੇ ਕਰ ਦਿੱਤਾ। ਨਾਲ ਹੀ ਉਸਨੂੰ ਪੂਜਾ ਪਾਠ ਕਰਨ ਦੀ ਵਿਧੀ ਦੱਸ ਦਿੱਤੀ। ਪੂਜਾ ਭਰੋਸੇ ਨਾਲ ਕਰੀ, ਮਨ ਲਾ ਕੇ, ਇਹ ਵੀ ਆਖ ਦਿੱਤਾ। ਚਾਦਰ ਨਾਲ ਵਲੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ, ਅੰਦਰ ਰੱਖ ਦਿੱਤਾ। ਉਸੇ ਵੇਲੇ ਤਰਖਾਣ ਵੱਲ ਗਿਆ, ਇੱਕ ਲੱਕੜ ਦੀ ਚੌਂਕੀ ਬਣਵਾਈ। ਉਸ ਚੌਂਕੀ ਨੂੰ ਧੋ ਕੇ ਉਹਦੇ ਉੱਤੇ ਠਾਕੁਰ ਨੂੰ ਟਿਕਾ ਦਿੱਤਾ। ਰਾਤ ਧੰਨੇ ਨੂੰ ਨੀਂਦ ਨਾ ਆਈ। ਉਹ ਮਨ ਹੀ ਮਨ ਵਿੱਚ ਗਿੱਟੀਆਂ ਗਿਣਦਾ ਰਿਹਾ ਕਿ ਸਵੇਰੇ ਉੱਠ ਕੇ ਉਹ ਕਿਵੇਂ ਠਾਕੁਰਾਂ ਨੂੰ ਪ੍ਰਸੰਨ ਕਰੇਗਾ। ਜੇ ਠਾਕੁਰ ਪ੍ਰਸੰਨ ਹੋ ਵੀ ਜਾਣਗੇ ਤਾਂ ਕੀ ਮੰਗੇਗਾ? ਘਰ ਵਿੱਚ ਕਿਹੜੀ ਚੀਜ਼ ਦੀ ਲੋੜ ਹੈ? ਜੇ ਲੋੜਾਂ ਬਹੁਤੀਆਂ ਹਨ ਤਾਂ ਪਹਿਲਾਂ ਕੀ ਚਾਹੀਦਾ ਹੈ? ਇਹੋ ਜਿਹੀਆਂ ਦਲੀਲਾਂ ਤੇ ਸੋਚਾਂ ਵਿੱਚ ਹੀ ਰਾਤ ਲੰਘ ਗਈ। ਕੁੱਕੜ ਨੇ ਬਾਂਗ ਦਿੱਤੀ ਤਾਂ ਮੰਜੇ ਉੱਤੋਂ ਉੱਠ ਬੈਠਾ। ਪਹਿਲਾਂ ਆਪ ਇਸ਼ਨਾਨ ਕੀਤਾ, ਫਿਰ ਠਾਕੁਰ ਨੂੰ ਇਸ਼ਨਾਨ ਕਰਾਇਆ। ਜਦੋਂ ਇਸ਼ਨਾਨ ਹੋ ਗਏ, ਕਿੰਨਾ ਚਿਰ ਹੱਥ ਜੋੜ ਕੇ ਠਾਕੁਰ ਅੱਗੇ ਬੈਠਾ ਰਿਹਾ। ਵਿਦਿਆਹੀਣ ਸੀ, ਪੂਜਾ ਪਾਠ ਤਾਂ ਕੋਈ ਆਉਂਦਾ ਨਹੀਂ ਸੀ, ਇਸ ਕਰਕੇ ਉਹ ਚੁੱਪ ਕਰਕੇ ਬੈਠਾ ਰਿਹਾ। ਪਰ ਸ਼ਰਧਾ ਨਾਲ ਉਸਦੀ ਆਤਮਾ ਕਹਿ ਰਹੀ ਸੀ, ਠਾਕੁਰ ਬਹੁਤ ਚੰਗੇ ਜੇ, ਜਗਤ ਦੇ ਕਰਤਾ ਹਰਤਾ ਜੇ, ਮੈਨੂੰ ਸੁੱਖ ਦਿਓ, ਮੈਂ ਤੁਸਾਨੂੰ ਭੋਗ ਲਗਾਵਾਂਗਾ। ਧੰਨਾ ਇਕੱਲਾ ਸੀ, ਘਰ ਦੇ ਕੰਮ ਉਸਨੂੰ ਆਪ ਹੀ ਕਰਨੇ ਪੈਂਦੇ ਸਨ। ਠਾਕੁਰਾਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਅੱਗੇ ਭਗਤੀ ਭਾਵ ਨਾਲ ਬੈਠ ਕੇ ਦਿਨ ਚੜ੍ਹੇ ਉੱਠਿਆ। ਲੱਸੀ ਰਿੜਕੀ, ਰੋਟੀਆਂ ਪਕਾਈਆਂ, ਜੋ ਮੱਖਣ ਕੱਢਿਆ ਉਹ ਕੌਲੀ ਵਿੱਚ ਪਾ ਕੇ ਰੱਖ ਲਿਆ। ਥਾਲੀ ਵਿੱਚ ਰੋਟੀ ਰੱਖ ਕੇ ਲੱਸੀ ਛੰਨੇ ਵਿੱਚ ਪਾ ਕੇ ਧੰਨੇ ਨੇ ਠਾਕੁਰ ਅੱਗੇ ਅਰਦਾਸ ਕੀਤੀ, ਹੇ ਪ੍ਰਭੂ ਜੀ, ਭੋਗ ਲਾਵੋ। ਮੇਰੇ ਗਰੀਬ ਕੋਲ ਰੋਟੀ, ਲੱਸੀ ਤੇ ਮੱਖਣ ਹੀ ਹੈ, ਹੋਰ ਕੁਝ ਨਹੀਂ। ਮੈਂ ਗਰੀਬ ਆਦਮੀ ਹਾਂ, ਜਦੋਂ ਕੋਈ ਹੋਰ ਚੀਜ਼ਾਂ ਬਖਸ਼ੋਗੇ ਤਾਂ ਉਹ ਚੀਜ਼ਾਂ ਆਪ ਅੱਗੇ ਪਰੋਸ ਕੇ ਰੱਖਿਆ ਕਰਾਂਗਾ। ਛਕੋ ਠਾਕੁਰ ਜੀ। ਇਉਂ ਆਖ ਕੇ ਉਹ ਬੈਠਾ ਦੇਖਦਾ ਰਿਹਾ। ਹੁਣ ਪੱਥਰ ਭੋਜਨ ਕਿਵੇਂ ਕਰੇ? ਬ੍ਰਾਹਮਣ ਤਾਂ ਠਾਕੁਰ ਦੇ ਭੋਗ ਦਾ ਪੱਜ ਲਾ ਕੇ ਸਾਰੀ ਸਮੱਗਰੀ ਘਰ ਲੈ ਜਾਂਦਾ ਸੀ। ਇੱਕ ਬੁਰਕੀ ਪੱਥਰ ਦੇ ਮੂੰਹ ਨੂੰ ਲਾਉਣੀ ਤੇ ਥਾਲ ਚੁੱਕ ਕੇ ਘਰ ਨੂੰ ਤੁਰ ਜਾਣਾ। ਭੋਲੇ ਧੰਨੇ ਨੂੰ ਇਹਨਾਂ ਚਲਾਕੀਆਂ ਦਾ ਕੁਝ ਪਤਾ ਨਹੀਂ ਸੀ। ਉਹ ਤਾਂ ਬ੍ਰਾਹਮਣ ਦੇ ਬਚਨਾਂ ਨੂੰ ਸੱਚਿਆਂ ਸਮਝਦਾ ਸੀ। 2 ਘੰਟੇ ਹੋ ਗਏ, ਠਾਕੁਰ ਨੇ ਧੰਨੇ ਦਾ ਪ੍ਰਸ਼ਾਦ ਨਾ ਛਕਿਆ। ਧੰਨਾ ਬਹੁਤ ਹੈਰਾਨ ਹੋਇਆ। ਉਹ ਬੇਬਲ ਹੋ ਕੇ ਆਖਣ ਲੱਗਾ, ਹੇ ਪ੍ਰਭੂ, ਕੀ ਜੱਟ ਦਾ ਪ੍ਰਸ਼ਾਦ ਆਪ ਨਹੀਂ ਛਕਦੇ? ਇਹ ਸੁੱਚਾ ਹੈ, ਮੈਂ ਇਸ਼ਨਾਨ ਕਰਕੇ ਪਕਾਇਆ ਹੈ। ਜੇ ਲੱਸੀ ਤੇ ਮੱਖਣ ਚੰਗਾ ਨਹੀਂ ਲੱਗਦਾ ਤਾਂ ਦੱਸੋ, ਮੈਂ ਹੋਰ ਕੀ ਲਿਆਵਾਂ? ਦਾਦਾ ਤਾਂ ਇੰਨਾ ਚਿਰ ਨਹੀਂ ਸੀ ਉਡੀਕਦਾ, ਉਹਦਾ ਪ੍ਰਸ਼ਾਦ ਤਾਂ ਝਟਪਟ ਛਕ ਜਾਂਦੇ ਸੀ। ਪ੍ਰਭੂ ਕਿਰਪਾ ਕਰੋ। ਹਾਂ, ਇਹ ਵੀ ਜੇ ਪੱਕਾ ਸਮਝੋ, ਜੇ ਅੱਜ ਆਪ ਨੇ ਪ੍ਰਸ਼ਾਦ ਨਾ ਛਕਿਆ ਤਾਂ ਮੈਂ ਵੀ ਨਹੀਂ ਜੇ ਛਕਣਾ। ਮਰ ਜਾਵਾਂਗਾ ਪਰ ਤੁਸਾਂ ਨੂੰ ਛਕਾਏ ਬਗੈਰ ਨਹੀਂ ਛਕਣਾ। ਮੈਂ ਬਚਨ ਦਿੰਦਾ ਹਾਂ, ਮੈਂ ਜੱਟ ਹਾਂ, ਜ਼ਿੱਦ ਨਹੀਂ ਛੱਡਾਂਗਾ। ਜੇ ਤੇਰਾ ਧਰਮ ਹੈ ਸਿਰਫ ਬ੍ਰਾਹਮਣ ਕੋਲੋਂ ਖਾਣਾ, ਤਾਂ ਸਾਡਾ ਧਰਮ ਹੈ ਜ਼ਿੱਦ ਬਦਲੇ ਕੁਰਬਾਨ ਹੋ ਜਾਣਾ। ਪ੍ਰਸ਼ਾਦ ਛਕੋ, ਨਹੀਂ ਤਾਂ ਮੈਂ ਧਰਨਾ ਮਾਰ ਕੇ ਬੈਠ ਜਾਂਦਾ ਹਾਂ। ਇਹ ਆਖ ਕੇ ਧੰਨੇ ਨੇ ਚੌਂਕੜੀ ਮਾਰ ਲਈ ਤੇ ਠਾਕੁਰ ਵੱਲ ਦੇਖਦਾ ਹੋਇਆ ਬੈਠ ਗਿਆ। ਪ੍ਰਭੂ ਨੇ ਸੋਚਿਆ, ਹੁਣ ਤਾਂ ਪੱਥਰ ਵਿੱਚੋਂ ਪ੍ਰਗਟ ਹੋਣਾ ਪਏਗਾ। ਧੰਨੇ ਦੀ ਆਤਮਾ ਨਿਰਮਲ ਹੈ, ਇਹ ਵੱਲ ਛਲ ਨਹੀਂ ਜਾਣਦਾ। ਇਸ ਦਾ ਪੱਕਾ ਭਰੋਸਾ ਬਣ ਗਿਆ ਹੈ ਕਿ ਠਾਕੁਰ ਭੋਜਨ ਛਕਦੇ ਨੇ। ਹੁਣ ਕਿਸੇ ਦੇ ਸਮਝਾਇਆ ਨਹੀਂ ਸਮਝਣਾ। ਇਹ ਮੇਰਾ ਸੱਚਾ ਭਗਤ ਹੈ, ਇਸ ਦੀ ਲੱਸੀ ਪੀਣੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ। ਧੰਨਾ ਦੇਖਦਾ ਰਿਹਾ। ਉਸਦੀਆਂ ਅੱਖਾਂ ਠਾਕੁਰ ਜੀ ਉੱਪਰ ਜੰਮੀਆਂ ਹੋਈਆਂ ਸਨ। 1 ਘੰਟਾ ਹੋਰ ਬੀਤਣ ਪਿੱਛੋਂ ਧੰਨਾ ਕੀ ਦੇਖਦਾ ਹੈ ਕਿ ਅਚਾਨਕ ਹੀ ਸ਼੍ਰੀ ਕ੍ਰਿਸ਼ਨ ਰੂਪ ਭਗਵਾਨ ਜੀ ਧੰਨੇ ਦੀ ਰੋਟੀ ਮੱਖਣ ਨਾਲ ਖਾ ਰਹੇ ਨੇ, ਲੱਸੀ ਪੀ ਰਹੇ ਨੇ। ਧੰਨਾ ਖੁਸ਼ੀ ਨਾਲ ਉਛਲ ਪਿਆ, ਮੇਰੇ ਪ੍ਰਭੂ ਆ ਗਏ, ਭੋਜਨ ਛਕਣ ਲੱਗ ਪਏ, ਮੇਰੇ ਪ੍ਰਭੂ। ਧੰਨੇ ਦੀ ਸਾਰੀ ਲੱਸੀ ਪੀ ਲਈ, ਰੋਟੀ ਤੇ ਮੱਖਣ ਖਾ ਲਿਆ, ਥੋੜ੍ਹਾ ਸ਼ੀਤ ਪ੍ਰਸ਼ਾਦ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਨ ਜੀ ਬੋਲੇ, ਧੰਨਿਆ, ਕੁਝ ਮੰਗ, ਮੈਂ ਤੇਰੇ ਤੇ ਖੁਸ਼ ਹਾਂ, ਮੰਗ। ਧੰਨੇ ਹੱਥ ਜੋੜੇ, ਬਾਣੀ ਰਾਹੀਂ ਬੇਨਤੀ ਕੀਤੀ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਰਹਾਓ। ਦਾਲ ਸੀਧਾ ਮਾਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮਗਉ ਸਤ ਸੀਕਾ। ਗਊ ਭੈਂਸ ਮਗਉ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਪ੍ਰਮਾਰਥ। ਹੇ ਪ੍ਰਭੂ, ਮੈਂ ਤੇਰੀ ਵਡਿਆਈ ਕਰਦਾ ਹਾਂ, ਕਿਉਂਕਿ ਜੋ ਤੇਰੀ ਆਰਤੀ ਉਸਤਤ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਵਾਰ ਦਿੰਦਾ ਹੈ। ਮੈਨੂੰ ਕੁਝ ਮੰਗਣ ਵਾਸਤੇ ਆਖਿਆ ਹੀ, ਮੈਂ ਤਾਂ ਲੋੜੀਂਦੀਆਂ ਚੀਜ਼ਾਂ ਮੰਗਦਾ ਹਾਂ। ਆਟਾ, ਦਾਲਾਂ ਤੇ ਘਿਓ ਦਿਓ, ਮੈਂ ਪ੍ਰਸੰਨ ਹੋਵਾਂਗਾ। ਜੇ ਜੁੱਤੀ, ਕੱਪੜਾ, ਅਨਾਜ 7 ਭਾਂਤਾਂ ਦਾ, ਗਊ ਜਾਂ ਮੱਝ ਲਵੇਰੀ, ਸਵਾਰੀ ਕਰਨ ਵਾਸਤੇ ਘੋੜੀ ਤੇ ਘਰ ਦੀ ਦੇਖਭਾਲ ਕਰਨ ਵਾਸਤੇ ਇੱਕ ਸੁੰਦਰ ਨਾਰੀ ਮੈਨੂੰ ਬਖਸ਼। ਇਹ ਸਾਰੀਆਂ ਚੀਜ਼ਾਂ ਮਿਲ ਜਾਣ ਤਾਂ ਮੇਰੇ ਕੰਮ ਸੌਰਦੇ ਹਨ। ਧੰਨਾ ਜੀ ਦੇ ਇਹ ਬਚਨ ਸੁਣ ਕੇ ਪ੍ਰਭੂ ਹੱਸ ਪਏ। ਹੱਸਦੇ ਹੋਏ ਹੀ ਬੋਲੇ, ਇਹ ਸਾਰੀਆਂ ਚੀਜ਼ਾਂ ਤੈਨੂੰ ਮਿਲ ਜਾਣਗੀਆਂ, ਹੋਰ ਕੁਝ? ਹੋਰ ਕੀ ਦੱਸਾਂ ਤੇ ਕੀ ਮੰਗਾਂ? ਹਾਂ, ਜਦੋਂ ਮੈਂ ਯਾਦ ਕਰਾਂ ਤਦੋਂ ਦਰਸ਼ਨ ਜ਼ਰੂਰ ਦੇ ਜਾਇਆ ਕਰਨੇ। ਜੇ ਕੋਈ ਲੋੜ ਹੋਇਆ ਕਰੇਗੀ ਤਾਂ ਦੱਸਿਆ ਕਰਾਂਗਾ। ਬਚਨ ਦਿਓ ਕਿ ਮੇਰੇ ਯਾਦ ਕਰਨ 'ਤੇ ਜ਼ਰੂਰ ਦਰਸ਼ਨ ਦਿਆ ਕਰੋਗੇ। ਅੱਛਾ, ਤੇਰੀ ਇਹ ਗੱਲ ਮੰਨਦੇ ਹਾਂ, ਭਗਵਾਨ ਨੇ ਆਖਿਆ। ਹੇ ਪ੍ਰਭੂ, ਜੇ ਮੇਰੀ ਇਹ ਗੱਲ ਮੰਨਦੇ ਹੋ ਤਾਂ ਧੰਨਾ ਅੱਜ ਤੋਂ ਤੁਸਾਂ ਦਾ ਸੇਵਕ ਹੋਇਆ।
ਸਾਰੀ ਆਯੂ ਭਗਤੀ ਵਿੱਚ ਹੀ ਬਤੀਤ ਕਰੇਗਾ। ਤੁਸਾਂ ਦੇ ਨਾਂ ਤੋਂ ਬਿਨਾਂ ਹੋਰ ਕਿਸੇ ਦਾ ਨਾਂ ਨਹੀਂ ਲਵੇਗਾ। ਧੰਨਾ ਇਉਂ ਆਖੀ ਗਿਆ। ਖੁਸ਼ੀ ਨਾਲੋਂ ਦੀਵਾਨਾ ਹੋ ਗਿਆ ਸੀ। ਉਸ ਦੀਆਂ ਅੱਖਾਂ ਮੀਟੀਆਂ ਗਈਆਂ ਸਨ। ਜਾਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਪ੍ਰਭੂ ਜੀ ਅਲੋਪ ਹੋ ਚੁੱਕੇ ਸਨ। ਉਹ ਪੱਥਰ ਦਾ ਸਾਲਗ੍ਰਾਮ ਉਸ ਦੇ ਸਾਹਮਣੇ ਪਿਆ ਸੀ। ਖੁਸ਼ੀ ਨਾਲ ਉੱਠਿਆ, ਬਰਤਨ ਚੁੱਕ ਲਏ, ਭਾਂਡਿਆਂ ਵਿੱਚ ਜੋ ਸੀਤ ਪ੍ਰਸ਼ਾਦ ਬਚਿਆ ਉਹ ਖਾ ਲਿਆ ਤੇ ਨਿਹਾਲ ਹੋ ਗਿਆ। ਉਸਨੂੰ ਪ੍ਰਸ਼ਾਦ ਦੇ ਖਾਣ ਉੱਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਉਹ ਪ੍ਰਭੂ ਦੇ ਗੀਤ ਗਾਉਣ ਲੱਗਾ। ਐਸੀ ਨਾਮ ਖੁਮਾਰੀ ਚੜ੍ਹੀ ਕਿ ਉਸਦੇ ਚਿਹਰੇ ਦਾ ਰੰਗ ਹੋਰ ਦਾ ਹੋਰ ਹੋ ਗਿਆ। ਦਿਸਦਾ ਜਗਤ ਸੋਹਣਾ ਲੱਗਾ। ਪ੍ਰਭੂ ਦੇ ਪ੍ਰਗਟ ਹੋਣ 'ਤੇ ਥੋੜ੍ਹੇ ਦਿਨਾਂ ਪਿੱਛੋਂ ਧੰਨੇ ਦੇ ਘਰ ਸਭ ਕੁਝ ਆ ਗਿਆ। ਇੱਕ ਚੰਗੇ ਅਮੀਰ ਦੇ ਘਰ ਉਸਦੀ ਸ਼ਾਦੀ ਹੋ ਗਈ। ਪਤਨੀ ਆਈ ਤਾਂ ਦਾਜ ਵਿੱਚ ਘੋੜੀ, ਗਊ, ਲਵੇਰੀ ਤੇ ਲੀੜੇ ਆਦਿ ਬਹੁਤ ਆਏ। ਬਾਹਰ ਫਸਲ ਵੀ ਬਹੁਤ ਹੋਈ। ਉਸਦੀਆਂ ਅਣਬੀਜੀਆਂ ਪੈਲੀਆਂ ਵਿੱਚ ਵੀ ਅਨਾਜ ਉੱਗ ਪਿਆ। ਧੰਨਾ ਪ੍ਰਭੂ ਦੀ ਵਡਿਆਈ ਕਰਨ ਲੱਗਾ। ਲੋਕ ਧੰਨੇ ਦੀ ਮਹਿਮਾ ਵਰਣਨ ਕਰਨ ਲੱਗੇ। ਸਾਰੇ ਆਖਣ ਧੰਨਾ ਭਗਤ ਹੋ ਗਿਆ। ਉਸ ਦਾ ਦਰਸ਼ਨ ਕਰਕੇ ਲੋਕ ਨਿਹਾਲ ਹੋਣ ਲੱਗੇ। ਧੰਨੇ ਨੂੰ ਕਿਸੇ ਆਖਿਆ ਕਿ ਭਾਵੇਂ ਪ੍ਰਭੂ ਤੇਰੇ ਆਖੇ ਲੱਗਦਾ ਹੈ, ਫਿਰ ਵੀ ਗੁਰੂ ਧਾਰਨ ਕਰਨਾ ਚਾਹੀਦਾ ਹੈ। ਜਦੋਂ ਉਸ ਪੁਰਸ਼ ਨੂੰ ਧੰਨੇ ਨੇ ਪੁੱਛਿਆ ਕਿ ਕਿਸ ਨੂੰ ਗੁਰੂ ਧਾਰਨ ਕਰਾਂ, ਤਾਂ ਉਸ ਬੰਦੇ ਨੇ ਸਵਾਮੀ ਰਾਮਾਨੰਦ ਜੀ ਦਾ ਨਾਮ ਲਿਆ। ਕੁਦਰਤ ਨਾਲ ਸਵਾਮੀ ਰਾਮਾਨੰਦ ਉੱਧਰ ਆ ਨਿਕਲੇ। ਧੰਨੇ ਨੇ ਸਾਧੂ ਸਮਾਜ ਦੀ ਸੇਵਾ ਕੀਤੀ। ਸੇਵਾ ਕਰਨ ਦੇ ਪਿੱਛੋਂ ਦੀਖਿਆ ਵਾਸਤੇ ਬੇਨਤੀ ਕੀਤੀ। ਸਵਾਮੀ ਰਾਮਾਨੰਦ ਜੀ ਨੇ ਧੰਨੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਗੁਰੂ ਦੀਖਿਆ ਦੇ ਕੇ ਧੰਨੇ ਨੂੰ ਆਪਣਾ ਚੇਲਾ ਬਣਾ ਲਿਆ। ਧੰਨਾ ਕਿਰਤ ਕਰਦਾ ਹੋਇਆ ਰਾਮ ਨਾਮ ਦਾ ਸਿਮਰਨ ਕਰਨ ਲੱਗਾ। ਮੌਜ ਵਿੱਚ ਆ ਕੇ ਕਈ ਵਾਰ ਧੰਨਾ ਪ੍ਰੇਮ ਪਾਤੀ ਰਾਹੀਂ ਭਗਵਾਨ ਨੂੰ ਆਪਣੇ ਕੋਲ ਸੱਦ ਲੈਂਦਾ ਤੇ ਉਸ ਕੋਲੋਂ ਕੰਮ ਕਰਾਉਂਦਾ। ਇੱਕ ਦਿਨ ਇਕਚਿੱਤ ਹੋ ਕੇ ਭਗਵਾਨ ਨੂੰ ਯਾਦ ਕੀਤਾ ਤੇ ਮਨ ਵਿੱਚ ਮੌਜ ਆਈ ਕਿ ਭਗਵਾਨ ਉਸ ਦੀਆਂ ਗਊਆਂ ਦਾ ਚਰਵਾਲ ਬਣੇ। ਭਗਤਾਂ ਦੇ ਮਨ ਦੀ ਪਰਮਾਤਮਾ ਜਾਣਦਾ ਹੈ। ਉਸ ਵੇਲੇ ਭਗਤ ਨੂੰ ਕੰਮ ਸੀ ਤੇ ਗਊਆਂ ਚਰ ਰਹੀਆਂ ਸਨ। ਅਚਾਨਕ ਇੱਕ ਬਾਲਕ ਦੇ ਰੂਪ ਵਿੱਚ ਭਗਵਾਨ ਜੀ ਪ੍ਰਗਟ ਹੋਏ ਤੇ ਉਸ ਨੂੰ ਆਖਣ ਲੱਗੇ, ਹੇ ਭਗਤਾ, ਤੇਰੀ ਭਗਤੀ ਦਾ ਸਮਾਂ ਹੈ। ਘਰ ਸਾਧੂ ਆਏ ਹਨ, ਉਹਨਾਂ ਦੀ ਸੇਵਾ ਕਰ, ਤੇਰੀਆਂ ਗਊਆਂ ਮੈਂ ਚਾਰਦਾ ਹਾਂ। ਭਗਤ ਨੇ ਉਸ ਬਾਲਕ ਵੱਲ ਦੇਖਿਆ। ਉਸਦੀ ਸ਼ਕਲ ਸੂਰਤ ਅਨੋਖੀ ਸੀ। ਪਹਿਲਾਂ ਤਾਂ ਭਗਤ ਝਿਜਕਿਆ ਕਿ ਕੋਈ ਗਊਆਂ ਹਿੱਕ ਕੇ ਨਾ ਅੱਗੇ ਤੁਰਦਾ ਹੋਏ, ਪਰ ਪਿੱਛੋਂ ਭਰੋਸਾ ਕੀਤਾ ਤੇ ਆਖਿਆ, ਕੀ ਪਤਾ ਭਗਵਾਨ ਦੀ ਕੀ ਲੀਲਾ ਹੈ। ਇਹ ਆਖ ਕੇ ਘਰ ਗਿਆ ਤਾਂ ਘਰ ਸੱਚ ਹੀ ਸਾਧੂ ਸਨ ਤੇ ਉਹਨਾਂ ਸਾਧੂਆਂ ਨਾਲੋਂ ਉਹ ਬਾਲਕ ਫਿਰ ਵਿੱਚ ਬੈਠਾ ਸੀ, ਜਿਸ ਨੂੰ ਭਗਤ ਜੂਹ ਵਿੱਚ ਛੱਡ ਕੇ ਆਇਆ ਸੀ। ਧੰਨਾ ਹੈਰਾਨ ਹੋਇਆ ਤੇ ਚਰਨੀ ਲੱਗ ਗਿਆ। ਭਗਤਾ, ਗਊਆਂ ਤਾਂ ਚਾਰ ਰਹੇ ਹਾਂ। ਇਹ ਵੀ ਮਨ ਵਿੱਚ ਇੱਛਾ ਕੀਤੀ ਹੈ, ਭਗਵਾਨ ਖੂਹ ਉੱਤੇ ਤੇਰੀ ਗਾੜੀ ਹਿੱਕੇ, ਸੋ ਐਸਾ ਹੀ ਹੋਵੇਗਾ। ਇਹ ਆਖ ਕੇ ਭਗਵਾਨ ਅਲੋਪ ਹੋ ਗਿਆ। ਧੰਨਾ ਜੀ ਜਦੋਂ ਖੂਹ 'ਤੇ ਗਏ ਤਾਂ ਅੱਗੇ ਉਸ ਦੇ ਬੌਲਦ ਜੋਤੇ ਸਨ। ਖੂਹ ਵਗ ਰਿਹਾ ਸੀ ਤੇ ਭਗਵਾਨ ਜੀ ਬਾਲਕ ਰੂਪ ਵਿੱਚ ਬੈਠੇ ਗਾੜੀ ਵਾਹ ਰਹੇ ਸਨ। ਭਗਤ ਇਹ ਦੇਖ ਕੇ ਭਗਵਾਨ ਦਾ ਜਸ ਕਰਨ ਲੱਗ ਪਿਆ। ਸੋ ਇਹ ਸੀ ਭਗਤ ਧੰਨਾ ਜੀ ਦੀ ਸਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।